ਇੱਕ ਬਹੁਤ ਵੱਡਾ ਪ੍ਰੋਗਰਾਮ ਤੇ ਆਮ ਤੌਰ 'ਤੇ ਇਹਦੇ ਬਾਰੇ ਕਿਹਾ ਜਾਂਦਾ ਵੀ ਉਹਦੇ ਵਿੱਚ ਨੰਬਰ ਬਣ ਜਾਂਦੇ ਨੇ ਤੇ ਫਿਰ ਜਦੋਂ ਨੰਬਰ ਦੇ ਵਿੱਚ ਡਰਾ ਆਉਂਦਾ ਤੁਹਾਡੇ ਨੰਬਰਾਂ ਦੇ ਹਿਸਾਬ ਨਾਲ ਤੁਹਾਡੀ ਫਾਈਲ ਚੱਕੀ ਜਾਂਦੀ ਆ ਤੇ ਤੁਸੀਂ PR ਹੋ ਜਾਂਦੇ ਹੋ। ਇਹਦੇ ਤੋਂ ਤੇ ਵਧੀਆ ਨਜ਼ਾਰਾ ਹੀ ਕੋਈ ਨਹੀਂ ਹੈਗਾ। ਹਾਲੇ ਤੱਕ ਜਿਹੜਾ ਇੱਕੋ ਹੀ ਡਰਾ ਹੈ ਜਾਂ ਸਰਕਾਰ ਨੇ ਕੱਢਿਆ, ਬਟ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਫ੍ਰੀਕੁਐਂਟਲੀ ਨਿਕਲਣਗੇ। ਸਰਕਾਰ ਐਨੀ ਟਾਈਮ ਸਰਪ੍ਰਾਈਜ਼ਿੰਗ ਡਿਸੀਜਨ ਦੇ ਸਕਦੀ ਹੈ। ਇਹ ਵੀ ਇੱਕ ਸਰਪ੍ਰਾਈਜ਼ਿੰਗ ਡਰਾ ਹੈ ਕਿਉਂਕਿ ਡਰਾ ਤਾਂ ਯੂਜੂਅਲੀ ਬਾਈ ਵੀਕਲੀ ਬੇਸਿਸ ਆਉਂਦਾ ਹੁੰਦਾ, ਪਰ ਇਸ ਵਾਰ ਦਾ ਡਰਾ ਜਿਹੜਾ ਹੈਗਾ ਉਹ ਕੰਜ਼ੈਕਟਿਵ ਵੀਕ ਦੇ ਵਿੱਚ ਕੱਢਿਆ। ਪਿਛਲੇ ਹਫ਼ਤੇ ਹੀ ਡਰਾ ਆਇਆ ਸੀ ਤੇ ਹੁਣ ਸਰਕਾਰ ਨੇ ਫਿਰ ਡਰਾ ਕੱਢਿਆ ਵਿਦ ਅ ਲੋਅਰ ਸਕੋਰ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹੋ ਜਿਹੇ ਜਿਹੜੇ ਸਰਪ੍ਰਾਈਜ਼ਿੰਗ ਡਰਾਸ ਨੇ ਉਹ ਕੱਢੇਗੀ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਾਂ ਨਰਸਿਸ ਦੀ ਗੱਲ ਕਰ ਰਹੇ ਹਾਂ, ਡਾਕਟਰਸ ਦੀ ਗੱਲ ਕਰ ਰਹੇ ਹਾਂ, ਜਿਹੜੀ ਕਿ ਅਤਿਅੰਤ ਸ਼ਾਰਟੇਜ ਹੈ ਔਰ ਬਹੁਤ ਹੀ ਜਿਹੀਆਂ ਪ੍ਰੋਵਿੰਸਿਸ ਨੇ ਜਿਹੜੀਆਂ ਇਹਨਾਂ ਦਾ ਲਾਇਸੈਂਸਿੰਗ ਰਿਕੁਆਇਰਮੈਂਟ ਵੀ ਘਟਾ ਰਹੀਆਂ ਨੇ ਹੈਲਥ ਕੇਅਰ ਵਰਕਰਸ ਦਾ। ਤਾਂ ਉਹਨਾਂ ਦੀ ਸਿਲੈਕਸ਼ਨ ਜਿਹੜੀ ਆ ਉਹ ਬਿਲਕੁਲ ਸੰਭਵ ਹੈ। ਸਰਕਾਰ ਉਹਨਾਂ ਨੂੰ ਵੀ ਪ੍ਰਿਵਿਲੇਜ ਦਿੰਦੀ ਹੈ ਜਿਹੜੇ ਕੈਨੇਡਾ ਵਿੱਚ ਆਏ ਹੋਏ ਨੇ, ਕੈਨੇਡਾ ਦੇ ਵਿੱਚ ਖਾਸ ਕਰਕੇ ਸਟੂਡੈਂਟਸ ਨੇ ਜਿਹੜੇ ਪੜ੍ਹ ਰਹੇ ਨੇ, ਪਰ ਉਹਨਾਂ ਲਈ ਕੰਪੀਟੀਸ਼ਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੇਗਾ। ਉਹਨਾਂ ਵਿਅਕਤੀਆਂ ਦੇ ਬਿਲਕੁਲ ਦਿਲ ਟੁੱਟਣਗੇ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਸਰਕਾਰ ਕੋਈ ਸਖਤ ਕਦਮ ਲੈ ਲੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਆਪਾਂ ਕਰਦੇ ਹੁੰਦੇ ਹਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਮਸਲਿਆਂ ਦੇ ਬਾਰੇ 'ਚ, ਤੇ ਅੱਜ ਵੀ ਜਿਹੜੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਸਟੂਡੀਓ 'ਚ ਨੇ ਅਮਨ ਖਹਿਰਾ ਜੀ CWC ਇਮੀਗ੍ਰੇਸ਼ਨ ਤੋਂ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਖਹਿਰਾ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰਾਈਮ ਏਸ਼ੀਆ TV ਤੇ। ਥੈਂਕ ਯੂ ਬਾਈ ਜੀ, ਔਰ ਤੁਹਾਡੇ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਖਹਿਰਾ ਸਾਹਿਬ, ਗੱਲ ਇਹ ਆ ਕਿ ਇੱਕ ਬਹੁਤ ਵੱਡਾ ਪ੍ਰੋਗਰਾਮ ਤੇ ਬਹੁਤ ਪਹਿਲਾਂ ਤੋਂ ਚੱਲਦਾ ਪ੍ਰੋਗਰਾਮ, ਬੜਾ ਮਕਬੂਲ ਪ੍ਰੋਗਰਾਮ ਆ ਐਕਸਪ੍ਰੈਸ ਐਂਟਰੀ ਵਾਲਾ, ਤੇ ਆਮ ਤੌਰ 'ਤੇ ਇਹਦੇ ਬਾਰੇ ਕਿਹਾ ਜਾਂਦਾ ਵੀ ਉਹਦੇ ਵਿੱਚ ਨੰਬਰ ਬਣ ਜਾਂਦੇ ਨੇ ਤੇ ਫਿਰ ਜਦੋਂ ਨੰਬਰ ਦੇ ਵਿੱਚ ਡਰਾ ਆਉਂਦਾ ਤੁਹਾਡੇ ਨੰਬਰਾਂ ਦੇ ਹਿਸਾਬ ਨਾਲ ਤੁਹਾਡੀ ਫਾਈਲ ਚੱਕੀ ਜਾਂਦੀ ਆ ਤੇ ਤੁਸੀਂ PR ਹੋ ਜਾਂਦੇ ਹੋ। ਇਹਦੇ ਤੋਂ ਤੇ ਵਧੀਆ ਨਜ਼ਾਰਾ ਹੀ ਕੋਈ ਨਹੀਂ ਹੈਗਾ। ਤੇ ਕੁੱਲ ਮਿਲਾ ਕੇ ਇਹਦੇ ਲਈ ਸਮਾਂ ਵੀ ਸ਼ਾਇਦ 6 ਮਹੀਨੇ ਦਾ ਰੱਖਿਆ ਉਹਨਾਂ ਨੇ। ਆ ਜਿਹੜਾ ਰੀਸੈਂਟ ਡਰਾ ਆਇਆ 484 ਆਈ ਥਿੰਕ ਉਹਦੇ ਵਿੱਚ ਸਕੋਰ ਸੀਗਾ, ਤੇ ਕੋਈ 7000 ਦੇ ਕਰੀਬ ਕਹਿੰਦੇ ਕਿ ਇਨਵੀਟੇਸ਼ਨਸ ਆਏ ਨੇ। ਐਂਡ ਕਿਹਾ ਜਾ ਰਿਹਾ ਕਿ ਬਹੁਤ ਵੱਡੀ ਗਿਣਤੀ ਹੈ ਜੀ, ਇੰਨੇ ਇਨਵੀਟੇਸ਼ਨ ਬਹੁਤ ਘੱਟ ਆਉਂਦੇ ਨੇ। ਇਸ ਡਰਾ ਦੇ ਵਿੱਚ ਇੰਨੇ ਇਨਵੀਟੇਸ਼ਨ ਆਉਣ ਦਾ ਕਾਰਨ ਤੇ ਜਿਹੜਾ ਡਰਾ ਆਇਆ ਇਹਦੇ ਬਾਰੇ ਥੋੜ੍ਹਾ ਜਿਹਾ ਸਮਝਾਓ ਪਹਿਲਾਂ। ਜੀ ਬਿਲਕੁਲ, ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿਉਂਕਿ ਗਵਰਨਮੈਂਟ ਨੇ ਜਿਹੜੀ ਇਕਨੋਮਿਕ ਸਟਰੀਮ ਹੈ ਉਹਦੇ ਵਿੱਚ ਜਿਹੜੀ ਸਿਲੈਕਸ਼ਨ ਕ੍ਰਾਈਟੇਰੀਆ ਉਹਦੇ ਵਿੱਚ ਇੱਕ 60% ਦਾ ਕੋਟਾ ਰੱਖਿਆ ਹੋਇਆ ਜਿਹੜੇ ਵੀ ਇਕਨੋਮਿਕ ਸਟਰੀਮ ਨੂੰ ਬਿਲੋਂਗ ਕਰਦੇ ਆ, ਕਿਉਂਕਿ ਸਰਕਾਰ ਦੀ ਕਮਿਟਮੈਂਟ ਵੀ ਵੱਡੀ ਸੀਗੀ ਵੀ 500,000 ਦੇ ਕਰੀਬ ਅਸੀਂ ਜਿਹੜੇ ਵਿਅਕਤੀ ਕੈਨੇਡਾ ਦੇ ਵਿੱਚ ਲੈ ਕੇ ਆਵਾਂਗੇ। ਸੋ ਇਸ ਕਰਕੇ ਜਿਹੜਾ ਸਰਕਾਰ ਨੂੰ ਨੰਬਰ ਵੱਡਾ ਕਰਨਾ ਪੈਣਾ ਸੀ। ਪਿਛਲੇ ਜਿਹੜੇ ਡਰਾਸ ਨੇ ਉਹ ਟ੍ਰੈਡੀਸ਼ਨਲੀ ਜਿਹੜੇ PNP ਬੇਸਡ ਡਰਾ ਸੀ, ਇਹ ਤੇ ਉਹਦੇ ਨਾਲ ਕੀ ਹੁੰਦਾ ਜਦੋਂ PNP ਫੋਕਸ ਡਰਾਸ ਨਿਕਲ ਰਹੇ ਸੀ, ਇੰਡੀਵਿਜੂਅਲਸ ਜਿਹੜੇ PNP ਤੋਂ ਇਲਾਵਾ ਐਪਲੀਕੇਸ਼ਨ ਅਪਲਾਈ ਕਰਦੇ ਨੇ ਪੂਲ ਦੇ ਵਿੱਚ, ਉਹਨਾਂ ਦਾ ਜਿਹੜਾ ਕਿਉਂਕਿ 1 ਸਾਲ ਦੀ ਜਿਹੜੀ ਹੈ ਟਾਈਮਲਾਈਨ ਹੁੰਦੀ ਹੈ, ਜਦੋਂ 1 ਸਾਲ ਦਾ ਟਾਈਮਲਾਈਨ ਪੂਰਾ ਹੋ ਜਾਂਦਾ ਤਾਂ ਫਿਰ ਉਹਨਾਂ ਨੂੰ ਆਪਣਾ ਜਿਹੜਾ ਪੋਜੀਸ਼ਨ ਔਰ ਦੱਸਣੀ ਪੈਂਦੀ ਹੈ ਵੀ ਕੀ ਉਹ ਰੀਨਿਊ ਕਰਨਾ ਚਾਹੁੰਦੇ ਨੇ, ਪੂਲ ਦੇ ਵਿੱਚ ਰਹਿਣਾ ਚਾਹੁੰਦੇ ਨੇ ਜਾਂ ਪੂਲ ਤੋਂ ਬਾਹਰ ਜਾਣਾ ਚਾਹੁੰਦੇ ਨੇ। ਤਾਂ ਮੋਸਟਲੀ ਜਿਹੜੇ ਫੈਡਰਲ ਸਕਿਲਡ ਵਰਕਰ ਕਲਾਸ ਦੇ ਇਹੋ ਜਿਹੇ ਇੰਡੀਵਿਜੂਅਲ ਸੀ ਜਾਂ ਟ੍ਰੇਡ ਵਰਕਰਸ ਇੰਡੀਵਿਜੂਅਲ ਸੀ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਸੀ ਇਸ ਪ੍ਰੋਗਰਾਮ ਦੇ ਵਿੱਚ, ਪੂਲ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ, ਉਹ ਦੁਬਾਰਾ ਰੀਸਬਮਿਸ਼ਨ ਜਿਹੜੀ ਐਪਲੀਕੇਸ਼ਨ ਦੀ ਨਹੀਂ ਕਰ ਰਹੇ ਸੀ। ਸੋ ਇਸੇ ਕਰਕੇ ਜਿਹੜਾ ਟੋਟਲ ਨੰਬਰ ਆਫ ਐਪਲੀਕੈਂਟ ਜਿਹੜੇ ਪੂਲ 'ਚ ਪਾਰਟਿਸਿਪੇਟ ਕਰ ਰਹੇ ਨੇ ਉਹ ਘਟਦਾ ਜਾ ਰਿਹਾ ਸੀ। ਤੋ ਇਹ ਵੀ ਇੱਕ ਕਾਰਨ ਹੋ ਸਕਦਾ ਵੀ ਸਰਕਾਰ ਨੇ ਆਲ ਪ੍ਰੋਗਰਾਮ ਜਿਹੜਾ ਡਰਾ ਕੱਢਿਆ ਤਾਂ ਕਿ ਉਹ ਇੱਕ ਇਨਕਰੇਜਮੈਂਟ ਹੋਵੇ। ਪੁਰਾਣੇ ਸਮੇਂ ਦੇ ਵਿੱਚ ਵੀ ਟ੍ਰੈਡੀਸ਼ਨਲੀ ਆਪਾਂ ਦੇਖਿਆ ਜਦੋਂ ਡਰਾ ਇੱਕ ਬਹੁਤ ਲੋ ਸਕੋਰ ਆਇਆ ਸੀ, ਜਦੋਂ ਬਹੁਤ ਸਾਰੇ ਇੰਡੀਵਿਜੂਅਲਸ ਨੂੰ ਕੋਵਿਡ ਦੇ ਟਾਈਮ 'ਤੇ ਸਿਲੈਕਸ਼ਨ ਦਿੱਤੀ ਗਈ ਸੀ, ਉਸ ਤੋਂ ਬਾਅਦ ਇੱਕੋ ਦਮ ਸਪਾਈਕ ਹੋਇਆ ਸੀ ਜਿਹੜਾ ਨੰਬਰ ਆਫ ਪਾਰਟਿਸਿਪੈਂਟਸ ਨੇ, ਕਿਉਂਕਿ ਇੱਕ ਉਮੀਦ ਜਾਗੀ ਸੀ ਵੀ ਸਰਕਾਰ ਐਨੀ ਟਾਈਮ ਸਰਪ੍ਰਾਈਜ਼ਿੰਗ ਡਿਸੀਜਨ ਦੇ ਸਕਦੀ ਹੈ। ਇਹ ਵੀ ਇੱਕ ਸਰਪ੍ਰਾਈਜ਼ਿੰਗ ਡਰਾ ਹੈ ਕਿਉਂਕਿ ਡਰਾ ਤਾਂ ਯੂਜੂਅਲੀ ਬਾਈ ਵੀਕਲੀ ਬੇਸਿਸ ਆਉਂਦਾ ਹੁੰਦਾ, ਪਰ ਇਸ ਵਾਰ ਦਾ ਡਰਾ ਜਿਹੜਾ ਹੈਗਾ ਉਹ ਕੰਜ਼ੈਕਟਿਵ ਮੰਥ ਦੇ ਵਿੱਚ ਉਹਨਾਂ ਨੇ ਵੀਕ ਦੇ ਵਿੱਚ ਮਾਫ ਕਰਨਾ ਕੱਢਿਆ। ਪਿਛਲੇ ਹਫ਼ਤੇ ਹੀ ਡਰਾ ਆਇਆ ਸੀ ਤੇ ਹੁਣ ਸਰਕਾਰ ਨੇ ਫਿਰ ਡਰਾ ਕੱਢਿਆ ਵਿਦ ਅ ਲੋਅਰ ਸਕੋਰ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹੋ ਜਿਹੇ ਜਿਹੜੇ ਸਰਪ੍ਰਾਈਜ਼ਿੰਗ ਡਰਾਸ ਨੇ ਉਹ ਕੱਢੇਗੀ ਤੇ ਉਹਦੇ ਨਾਲ ਜਿਹੜੇ ਬਾਕੀ ਫੈਡਰਲ ਸਕਿਲਡ ਵਰਕਰਸ ਨੇ ਜਾਂ ਫੈਡਰਲ ਸਕਿਲ ਟ੍ਰੇਡ ਵਰਕਰਸ ਨੇ ਜਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਜਿਹੜੇ ਵਿਅਕਤੀ ਸਟੂਡੈਂਟਸ ਜਾਂ ਵਰਕਰਸ ਕੈਨੇਡਾ ਦੇ ਵਿੱਚ ਆਏ ਹੋਏ ਨੇ, ਉਹਨਾਂ ਨੂੰ ਬਿਲਕੁਲ ਇਹ ਉਮੀਦ ਜਾਗੀ ਹੈ ਵੀ ਉਹ ਉਹਨਾਂ ਨੂੰ ਐਪਲੀਕੇਸ਼ਨ ਪੂਲ ਦੇ ਵਿੱਚ ਪਾ ਕੇ ਰੱਖਣੀ ਚਾਹੀਦੀ ਹੈ। ਜੀ ਖਹਿਰਾ ਸਾਹਿਬ, ਇੱਕ ਗੱਲ ਥੋੜ੍ਹੀ ਜਿਹੀ ਸਮਝਾਓ ਕਿ ਜਦੋਂ ਇਹ ਮੇਰਾ ਖਿਆਲ ਕੋਵਿਡ ਦੇ ਵਿੱਚ ਲਗਭਗ ਬੰਦ ਹੀ ਸੀਗਾ, ਐਕਸਪ੍ਰੈਸ ਐਂਟਰੀ ਦੇ ਡਰਾਜ਼ ਉਦੋਂ ਨਹੀਂ ਸੀ ਆ ਰਹੇ, ਉਹਦੇ ਤੋਂ ਬਾਅਦ ਜਦੋਂ ਇਹ ਸਕੋਰ ਵਾਲਾ ਕੰਮ ਦੁਬਾਰਾ ਸ਼ੁਰੂ ਹੋਇਆ ਤੇ ਜੇ ਮੈਂ ਗਲਤ ਨਹੀਂ ਤੇ 500 ਤੋਂ ਉੱਪਰ ਸ਼ਾਇਦ ਕੰਮ ਚਲੇ ਗਿਆ ਸੀਗਾ
ਤੇ ਆਮ ਤੌਰ ਤੇ ਉਸ ਤੋਂ ਪਹਿਲਾਂ 450 ਦੇ ਆਸ-ਪਾਸ 450 ਦੇ ਆਸ-ਪਾਸ ਘੁੰਮਦੀ ਹੁੰਦੀ ਸੀ ਗੇਮ, ਐਂਡ ਬਹੁਤ ਸਾਰੇ ਲੋਕਾਂ ਨੂੰ ਆਸ ਹੁੰਦੀ ਸੀ ਵੀ ਚਲੋ ਇੰਨੇ ਕੁ ਤੱਕ ਤਾਂ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਨੰਬਰ ਜਿਹੜੇ ਨੇ ਆਪਣੇ ਬਣਾ ਲਾਂਗੇ ਜਾਂ ਸਕੋਰ ਬਣ ਜਾਏਗਾ। ਪਰ ਜਦੋਂ ਉਹ 500 ਤੋਂ ਉੱਪਰ ਚਲਾ ਗਿਆ ਸੀ ਡਰਾ, ਬਹੁਤ ਸਾਰੇ ਲੋਕ ਡਿਸਹਾਰਟਡ ਹੋਏ ਸੀ, ਐਂਡ ਮੇਰਾ ਖਿਆਲ ਕਾਫੀ ਦੇਰ ਤੋਂ ਇਹ 500 ਦੇ ਅੰਦਰ ਬਾਹਰ ਹੀ ਘੁੰਮਦਾ ਸੀਗਾ। ਆਹੀ ਇੱਕ ਡਰਾ ਜਿਹੜਾ ਸ਼ਾਇਦ ਇਹ 484 ਦਾ ਆਇਆ, ਇਸ ਤੋਂ ਘੱਟ ਅਜੇ ਨੰਬਰ ਕੋਈ ਨਜ਼ਰ ਨਹੀਂ ਆਇਆ ਜਿੰਨਾ ਚਿਰ ਵੀ ਹੋ ਗਿਆ ਇਹ ਐਕਸਪ੍ਰੈਸ ਐਂਟਰੀ ਦੇ ਡਰਾਜ਼ ਨੂੰ ਆਉਂਦਿਆਂ। ਇਹ ਜਿਹੜਾ ਸਕੋਰ ਇੰਨਾ ਹਾਈ ਚਲਾ ਗਿਆ, ਇਹਦੇ ਪਿੱਛੇ ਕੀ ਕਾਰਨ ਰਿਹਾ ਜੀ? ਇਹ ਅਚਾਨਕ ਇੰਨੇ ਨੰਬਰ ਕਿੱਦਾਂ ਆਉਣ ਲੱਗੇ ਜੀ ਲੋਕਾਂ ਦੇ, ਜਾਂ ਕੋਈ ਇਹਦੇ 'ਚ ਵੀ ਕੁੰਡੀ ਹੈ? ਜੀ ਬਿਲਕੁਲ, ਇਹਦੇ 'ਚ ਜਿਹੜੇ ਨੰਬਰ ਜਾਂ ਪੁਆਇੰਟ ਤੁਸੀਂ ਇਨਹਾਂਸ ਕਰਨੇ ਹੁੰਦੇ ਨੇ, ਉਹ ਕੁਝ ਹੀ ਫੈਕਟਰਸ ਨੇ ਜਿਹਦੇ ਨਾਲ ਪੁਆਇੰਟ ਤੁਹਾਡੇ ਇਨਹਾਂਸ ਹੋ ਸਕਦੇ ਨੇ। ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਜਦੋਂ ਤੁਸੀਂ ਪਾਰਟਿਸਿਪੇਟ ਕਰਦੇ ਹੋ ਤਾਂ ਪੂਲ ਦੇ ਵਿੱਚ ਜੇ ਤੁਹਾਡੀ ਸਿਲੈਕਸ਼ਨ ਨਹੀਂ ਹੁੰਦੀ ਤਾਂ ਸਭ ਤੋਂ ਬੜਾ ਐਨਮੀ ਤੁਹਾਡਾ ਹੁੰਦਾ ਟਾਈਮ। ਸਮਾਂ ਹੀ ਤੁਹਾਡਾ ਸਭ ਤੋਂ ਬੜਾ ਦੁਸ਼ਮਣ ਹੁੰਦਾ, ਕਿਉਂਕਿ ਜਿਵੇਂ ਜਿਵੇਂ ਤੁਹਾਡੀ ਏਜ ਵੱਧਦੀ ਹੈ ਉਸ ਹਿਸਾਬ ਨਾਲ ਤੁਹਾਡੇ ਪੁਆਇੰਟਸ ਜਿਹੜੇ ਨੇ ਉਹ ਘਟਦੇ ਜਾਂਦੇ ਨੇ। ਤੁਹਾਨੂੰ ਜੇ ਆਪਣੇ ਪੁਆਇੰਟਸ ਇਨਹਾਂਸ ਕਰਨੇ ਨੇ ਤਾਂ ਤੁਹਾਡੇ ਕੋਲ ਕੁਝ ਫੈਕਟਰਸ ਨੇ, ਜਿਵੇਂ ਫੋਰ ਐਗਜ਼ਾਮਪਲ ਤੁਹਾਡੇ ਕੋਲ ਜੇ ਕੋਈ ਸੁਪਰ ਹਾਈ ਸਕਿੱਲ ਜੌਬ ਆਫਰ ਹੈ, ਜਾਂ ਫਿਰ ਤੁਹਾਡੇ ਕੋਲ ਕੋਈ PNP ਤੋਂ ਜੇ ਕੋਈ ਨੋਮੀਨੇਸ਼ਨ ਤੁਹਾਨੂੰ ਹਾਸਲ ਹੋ ਜਾਂਦੀ ਹੈ ਜਿਹਦੇ ਨਾਲ ਤੁਸੀਂ 600 ਪੁਆਇੰਟ ਲੈ ਸਕਦੇ ਹੋ ਔਰ ਆਪਣਾ ਸਕੋਰ ਜਿਹੜਾ ਡਰਾਸਟਿਕਲੀ ਵਧਾ ਸਕਦੇ ਹੋ, ਔਰ ਤੁਹਾਡਾ ਜਿਹੜਾ ਲੈਟਰ ਆਫ ਇਨਵੀਟੇਸ਼ਨ ਹੈ ਆਉਣ ਦਾ ਚਾਂਸਿਸ ਬਹੁਤ ਵੱਧ ਜਾਂਦੇ ਨੇ। ਇਸ ਦੇ ਨਾਲ ਜੇ ਤੁਹਾਨੂੰ ਸਕਿੱਲਡ ਵਰਕਰ ਕੋਈ ਇਹੋ ਜਿਹੀਆਂ ਆਕੂਪੇਸ਼ਨਸ 16 ਸਰਕਾਰ ਨੇ ਲੈ ਕੇ ਆਏ ਸੀ ਜਿਹਨਾਂ ਨਾਲ ਜਿਹੜਾ 50 ਪੁਆਇੰਟਸ ਨੇ, ਐਡੀਸ਼ਨਲ 50 ਪੁਆਇੰਟਸ ਹੈ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਇੰਗਲਿਸ਼ ਇੰਪਰੂਵ ਕਰ ਸਕਦੇ ਹੋ, ਔਰ ਫਰੈਂਚ ਇੱਕ ਅਨਦਰ ਆਪਸ਼ਨ ਹੈ ਲੈਂਗੁਏਜ ਨੂੰ ਲੈ ਕੇ ਜਿਹਦੇ ਨਾਲ ਤੁਸੀਂ ਆਪਣਾ ਜਿਹੜਾ ਸਕੋਰ ਹੈ ਉਹ ਵਧਾ ਸਕਦੇ ਹੋ। ਪਰ ਜਿਹੜੀ ਲੈਂਗੁਏਜ ਨੂੰ ਲੈ ਕੇ ਜੋ ਪ੍ਰੋਫੀਸ਼ੀਐਂਸੀ ਦੀ ਆਪਾਂ ਗੱਲ ਕਰਦੇ ਹਾਂ, ਯੂਜਲੀ ਜਦੋਂ ਵੀ ਕੈਂਡੀਡੇਟ ਕੋਈ ਐਪਲੀਕੇਸ਼ਨ ਅਪਲਾਈ ਕਰਦਾ ਤਾਂ ਉਹ ਆਪਣਾ ਇੱਕ ਬੈਸਟ ਸ਼ਾਟ ਦਿੰਦਾ, ਤਾਂ ਉਹਦੇ 'ਚ ਕੋਈ ਬਹੁਤ ਡਰਾਸਟਿਕ ਚੇਂਜ ਕਈ ਵਾਰ ਨਹੀਂ ਆਉਂਦਾ, ਸਕੋਰ ਬਹੁਤ ਥੋੜ੍ਹਾ ਵੱਧਦਾ ਜਿਹਦੇ ਨਾਲ ਤੁਹਾਡਾ ਕੋਈ ਜਿਹੜਾ ਸਕੋਰ ਆ ਉਹਦੇ 'ਚ ਕੋਈ ਤੁਹਾਨੂੰ ਇਮੀਡੀਏਟ ਇਫੈਕਟ ਨਹੀਂ ਬਣਦਾ। ਪਰ ਜੇ ਕਿਸੇ ਨੇ ਕੈਨੇਡਾ ਆਉਣਾ ਹੋਵੇ ਤਾਂ ਬਿਲਕੁਲ ਜਿਹੜੇ ਇੰਪਲੋਇਰ ਸਪਾਂਸਰਸ਼ਿਪ ਪ੍ਰੋਗਰਾਮਸ ਨੇ, ਜੇ ਉਹਦੇ ਰਾਹੀਂ ਐਪਲੀਕੇਸ਼ਨ ਦਾਇਰ ਕਰਦੇ ਨੇ ਤਾਂ ਉਹਨਾਂ ਦਾ ਸਕੋਰ ਜਿਹੜਾ ਉਹ ਬਹੁਤ ਵੱਧ ਜਾਂਦਾ, ਖਾਸ ਕਰਕੇ ਜਿਹੜੇ PNP ਐਪਲੀਕੈਂਟਸ ਨੇ। ਤਾਂ ਸਕੋਰ ਵਧਣ ਦਾ ਵੀ ਕਾਰਨ ਇਹੀ ਸੀ ਬਿਕੋਜ਼ ਬਹੁਤ PNPs ਜਿਹੜੀਆਂ ਸੀ ਪਾਰਟਿਸਿਪੇਟ ਕਰ ਰਹੀਆਂ ਸੀ। PNPs ਜਿਹੜੀਆਂ ਨੇ ਉਹ ਆਪਣੇ ਲੈਵਲ 'ਤੇ ਵੀ ਸਿਲੈਕਸ਼ਨ ਦੇ ਰਹੀਆਂ ਸੀ ਕੈਂਡੀਡੇਟਸ ਨੂੰ, ਔਰ ਉਹ ਇੰਪਲੋਇਰ ਡਰਿਵਨ ਪ੍ਰੋਸੈਸ ਦੇ ਰਾਹੀਂ ਵੀ ਜਾ ਰਹੀਆਂ ਸੀ। ਜਿਹੜੇ ਇੰਪਲੋਇਰਸ ਕਿਸੇ ਨੂੰ ਪਰਮਾਨੈਂਟਲੀ ਆਪਣੇ ਜੌਬ ਦੇ ਉੱਤੇ ਨੋਮੀਨੇਟ ਕਰਨਾ ਚਾਹੁੰਦੇ ਸੀ, ਤਾਂ ਇਹਨਾਂ ਸਰਕਮਸਟੈਂਸਿਸ ਦੇ ਕਰਕੇ ਜਿਹੜਾ ਸਕੋਰ ਸੀ ਉਹ ਵਧਿਆ ਹੋਇਆ ਸੀ। ਔਰ ਸਰਕਾਰ ਜਿਹੜਾ ਸੀ ਡਰਾ ਨੂੰ ਘਟਾ ਨਹੀਂ ਰਹੀ ਸੀ ਬਿਕੋਜ਼ ਜਿਹੜੀ ਪੂਲ ਦੀ ਪਾਰਟਿਸਿਪੇਸ਼ਨ ਹੈ ਉਹ ਹਾਲੇ ਵੀ ਬਹੁਤ ਹੈਲਦੀ ਪਾਰਟਿਸਿਪੇਸ਼ਨ ਹੈ, ਕਿਉਂਕਿ ਜਿਹੜਾ ਪੂਲ ਸਿਸਟਮ ਕ੍ਰੀਏਟ ਕੀਤਾ ਗਿਆ, ਸਰਕਾਰ ਦੀ ਮਨਸ਼ਾ ਤਾਂ ਇਹੀ ਹੈ ਵੀ ਅਸੀਂ ਚੈਰੀ ਪਿਕ ਕਰੀਏ। ਇਹ ਜ਼ਰੂਰੀ ਨਹੀਂ ਹੈ ਵੀ ਜਦੋਂ ਤੁਸੀਂ ਪੂਲ 'ਚ ਐਪਲੀਕੇਸ਼ਨ ਦਾਇਰ ਕਰਦੇ ਹੋ ਤਾਂ ਤੁਹਾਡੀ ਸਿਲੈਕਸ਼ਨ ਹੋ ਜਾਏਗੀ। ਬਟ ਜਿਹੜੇ CRS ਹੈ, ਜਿਹੜਾ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਹੈ, ਉਹ ਸਿਸਟਮ ਇਹੋ ਜਿਹਾ ਸਰਕਾਰ ਨੇ ਡਿਵੈਲਪ ਕੀਤਾ ਜਿਹੜਾ ਬੈਸਟ ਕੈਂਡੀਡੇਟ ਜਿਹੜਾ ਪੂਲ ਦੇ ਵਿੱਚ ਹੈ ਉਹਨੂੰ ਚਾਂਸ ਮਿਲਦਾ ਆਉਣ ਦਾ। ਬਟ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਟਾਰਗੇਟਡ ਡਰਾਜ਼ ਨੇ ਉਹ ਸਰਪ੍ਰਾਈਜ਼ ਕਰਨਗੇ। ਹਾਲੇ ਤੱਕ ਜਿਹੜਾ ਇੱਕੋ ਡਰਾ ਹੈ ਜਾਂ ਸਰਕਾਰ ਨੇ ਕੱਢਿਆ, ਬਟ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਫ੍ਰੀਕੁਐਂਟਲੀ ਨਿਕਲਣਗੇ ਜਿਹਦੇ ਵਿੱਚ ਫਰੈਂਕੋਫੋਨ ਐਪਲੀਕੈਂਟਸ ਜਿਹੜੇ ਉਹਨਾਂ ਦੀ ਸਿਲੈਕਸ਼ਨ ਹੋਣ ਦੇ ਬਹੁਤ ਚਾਂਸਿਸ ਨੇ, ਜਿਹੜਾ ਸਰਕਾਰ ਆਲਰੇਡੀ ਕਹਿ ਚੁੱਕੀ ਹੈ। ਔਰ ਕਈ ਆਕੂਪੇਸ਼ਨਸ ਨੇ ਜਿਹੜੀਆਂ ਅੰਡਰ ਪ੍ਰੈਸ਼ਰ ਨੇ, ਖਾਸ ਕਰਕੇ ਹੈਲਥ ਕੇਅਰ ਨੂੰ ਲੈ ਕੇ ਜਿਹੜੀਆਂ ਆਕੂਪੇਸ਼ਨਸ ਨੇ, ਇਸ ਤੋਂ ਇਲਾਵਾ ਟਰਾਂਸਪੋਰਟੇਸ਼ਨ ਜਾਂ ਲੌਜਿਸਟਿਕਸ ਨੂੰ ਲੈ ਕੇ ਇਹ ਜਿਹੀਆਂ ਆਕੂਪੇਸ਼ਨਸ ਨੇ, ਹਸਪਿਟੈਲਿਟੀ ਇੰਡਸਟਰੀ ਨੂੰ ਲੈ ਕੇ ਇਹ ਜਿਹੀਆਂ ਆਕੂਪੇਸ਼ਨ ਨੇ ਜਿਹੜੀਆਂ ਅੰਡਰ ਪ੍ਰੈਸ਼ਰ ਚੱਲ ਰਹੀਆਂ ਨੇ, ਉਹਨਾਂ ਨੂੰ ਟਾਰਗੇਟਡ ਡਰਾਜ਼ ਦੇ ਵਿੱਚ ਜੇ ਸ਼ਾਮਿਲ ਕੀਤਾ ਜਾਊਗਾ ਤਾਂ ਫਿਰ ਬਿਲਕੁਲ ਜਿਹੜਾ CRS ਹੈ ਉਹ ਇੱਕ ਸੈਕੰਡਰੀ ਜਿਹੜਾ ਫੈਕਟਰ ਬਣ ਜਾਊਗਾ। ਪ੍ਰਾਇਮਰੀ ਫੈਕਟਰ ਹੋਏਗਾ ਜਿਹੜੀ ਤੁਹਾਡੀ ਆਕੂਪੇਸ਼ਨ ਕੀ ਹੈ, ਸੈਕੰਡਰੀ ਫੈਕਟਰ ਤੁਹਾਡਾ CRS ਹੈ। ਸੋ ਜੇ ਤੁਹਾਡਾ CRS ਲੋ ਹੈ ਤਾਂ ਤੁਹਾਨੂੰ ਸਿਲੈਕਸ਼ਨ ਦੇ ਚਾਂਸਿਸ ਬਹੁਤ ਵੱਧ ਜਾਣਗੇ। ਇੱਕ ਚੀਜ਼ ਦੱਸਿਓ ਖਹਿਰਾ ਸਾਹਿਬ, ਕਈ ਵਾਰ ਬੰਦਾ ਡਿਸਹਾਰਟਡ ਹੋ ਜਾਂਦਾ ਇਹ ਸਕੋਰ ਜਾਂ ਇਕੱਲਾ ਦੇਖ ਕੇ ਵੀ ਯਾਰ ਇਹ ਤਾਂ ਬਹੁਤ ਉੱਪਰ ਤੁਰਿਆ ਫਿਰਦਾ ਤੇ ਮੈਂ ਆਪਣੀ ਜਿਹੜੀ ਫਾਈਲ ਆ ਉਹ ਪੂਲ ਦੇ ਵਿੱਚ ਨਾ ਪਾਵਾਂ, ਯਾਨੀ ਕਿ ਅਪਲਾਈ ਨਾ ਕਰਾਂ। ਉਹ ਕਿੰਨੀ ਕੁ ਵਧੀਆ ਸਲਾਹ ਆ ਕਿ ਤੁਹਾਡੇ ਹਿਸਾਬ ਨਾਲ ਬੰਦਾ ਲਾਈਨ 'ਚ ਲੱਗਾ ਰਹੇ, ਕੁਛ ਪਤਾ ਨਹੀਂ ਹੁੰਦਾ ਵੀ ਕਦੋਂ ਵਾਰੀ ਆ ਜੇ? ਜੀ ਬਿਲਕੁਲ, ਫਸਟ ਆਫ ਆਲ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਪੂਲ ਦੇ ਵਿੱਚ ਆਲਵੇਜ਼ ਤੁਹਾਨੂੰ, ਕਿਉਂਕਿ ਸਿਲੈਕਸ਼ਨ ਤੁਹਾਡੀ ਤਾਂ ਹੀ ਹੋਊਗੀ ਜੇ ਤੁਸੀਂ ਲਾਈਨ ਦੇ ਵਿੱਚ ਖੜੇ ਹੋ। ਜੇ ਤੁਸੀਂ ਲਾਈਨ ਤੋਂ ਬਾਹਰ ਖੜ੍ਹ ਕੇ ਤਮਾਸ਼ਾ ਦੇਖ ਰਹੇ ਹੋ ਫਿਰ ਤਾਂ ਸਿਲੈਕਸ਼ਨ ਦਾ ਕੋਈ ਸਕੋਪ ਨਹੀਂ, ਫਿਰ ਤਾਂ ਤੁਸੀਂ ਓਬਜ਼ਰਵ ਕਰ ਰਹੇ ਹੋ ਵੀ ਹੋ ਕੀ ਰਿਹਾ ਬਾਕੀਆਂ ਨਾਲ। ਸੋ ਪਹਿਲਾਂ ਤੁਹਾਨੂੰ ਖੁਦ ਮੈਦਾਨ 'ਚ ਆਉਣਾ ਪਊਗਾ, ਖੁਦ ਤੁਸੀਂ ਪਾਰਟਿਸਿਪੇਟ ਕਰੋ। ਤੁਹਾਡਾ ਸਕੋਰ ਕੋਈ ਵੀ ਸਕੋਰ ਹੈ ਉਹਦੀ ਫਿਕਰ ਨਾ ਕਰਦੇ ਹੋਏ, ਜੇ ਤੁਹਾਡੀ ਆਕੂਪੇਸ਼ਨ ਇਹੀ ਜਿਹੀ ਹੈ ਜਿਹੜੀ ਕੈਨੇਡਾ ਦੇ ਵਿੱਚ ਅਰਜੈਂਟਲੀ ਰਿਕੁਆਇਰਡ ਹੈਗੀ ਹੈ, ਉਹ ਤੁਸੀਂ ਜਿਹੜੀਆਂ ਟੌਪ ਇਹੀ ਜਿਹੀਆਂ ਆਕੂਪੇਸ਼ਨ ਜਿਹੜੀ ਅੰਡਰ ਪ੍ਰੈਸ਼ਰ ਨੇ, ਜੌਬ ਬੈਂਕ ਦੀ ਸਾਈਟ ਹੈ ਉੱਥੇ ਜਾ ਕੇ ਵੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਹੋਰ ਇਹੀ ਜਿਹੀਆਂ ਕਾਫੀ ਵੈਲੂਏਬਲ ਸਾਈਟਸ ਨੇ, ਸਟੈਟਿਸਟਿਕ ਕੈਨੇਡਾ ਦੀਆਂ ਸਾਈਟਸ ਨੇ
ਜਿੱਥੇ ਜਾ ਕੇ ਤੁਹਾਨੂੰ ਪਤਾ ਲੱਗ ਸਕਦਾ ਵੀ ਜਿਹੜੀ ਕਿਹੜੀਆਂ ਆਕੂਪੇਸ਼ਨਸ ਅੰਡਰ ਪ੍ਰੈਸ਼ਰ ਦੇ ਵਿੱਚ ਹੈਗੀਆਂ ਨੇ, ਜਾਂ ਸਾਡੇ ਆਫਿਸ ਵੀ ਕਾਲ ਕਰਕੇ ਪੁੱਛਿਆ ਜਾ ਸਕਦਾ ਹੈ। ਇਹ ਸਿਰਫ ਐਕਸਪੈਕਟੇਸ਼ਨ ਹੈ। ਜਦੋਂ ਤੁਸੀਂ ਅਪਲਾਈ ਕਰਦੇ ਹੋ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਆਪਾਂ ਨਰਸਿਸ ਦੀ ਗੱਲ ਕਰ ਰਹੇ ਹਾਂ, ਡਾਕਟਰਸ ਦੀ ਗੱਲ ਕਰ ਰਹੇ ਹਾਂ, ਜਿਹੜੇ ਕਿ ਅਤਿਅੰਤ ਸ਼ਾਰਟੇਜ ਹੈ, ਔਰ ਬਹੁਤ ਇਹੋ ਜਿਹੀਆਂ ਪ੍ਰੋਵਿੰਸਿਸ ਨੇ ਜਿਹੜੀਆਂ ਇਹਨਾਂ ਦਾ ਲਾਇਸੈਂਸਿੰਗ ਰਿਕੁਆਇਰਮੈਂਟ ਵੀ ਘਟਾ ਰਹੀਆਂ ਨੇ ਹੈਲਥ ਕੇਅਰ ਵਰਕਰਸ ਦਾ। ਤਾਂ ਉਹਨਾਂ ਦੀ ਸਿਲੈਕਸ਼ਨ ਜਿਹੜੀ ਆ ਉਹ ਬਿਲਕੁਲ ਸੰਭਵ ਹੈ ਵੀ ਘੱਟ ਰॉ ਦੇ ਵਿੱਚ ਜਿਹੜੀ ਆ ਹੋ ਜਾਏ, ਜਾਂ ਪ੍ਰੋਵਿੰਸਿਸ ਹੀ ਐਪਲੀਕੈਂਟਸ ਨੂੰ ਪਿਕ ਕਰ ਲੈਣ। ਇਹੋ ਜਿਹੀਆਂ ਪ੍ਰੋਵਿੰਸਿਸ ਹੈਗੀਆਂ ਜਿਹੜੀਆਂ ਚਾਂਸ ਦਿੰਦੀਆਂ ਨੇ ਵੀ ਤੁਸੀਂ ਜੇ ਹੈਲਥ ਕੇਅਰ ਜਾਂ ਕੁਝ ਇਹੋ ਜਿਹੀਆਂ ਆਕੂਪੇਸ਼ਨ ਅੰਡਰ ਪ੍ਰੈਸ਼ਰ ਦੇ ਵਿੱਚ ਕੰਮ ਕਰ ਰਹੇ ਹੋ, ਚਾਹੇ ਤੁਹਾਡਾ ਐਕਸਪੀਰੀਅੰਸ ਕੈਨੇਡਾ ਤੋਂ ਬਾਹਰ ਹੈ, ਤਾਂ ਤੁਹਾਨੂੰ ਆਉਣ ਦਾ ਚਾਂਸ ਮਿਲੇਗਾ। ਇਸ ਦੇ ਨਾਲ ਸਰਕਾਰ ਉਹਨਾਂ ਨੂੰ ਵੀ ਪ੍ਰਿਵਿਲੇਜ ਦਿੰਦੀ ਹੈ ਜਿਹੜੇ ਕੈਨੇਡਾ ਵਿੱਚ ਆਏ ਹੋਏ ਨੇ, ਕੈਨੇਡਾ ਦੇ ਵਿੱਚ ਖਾਸ ਕਰਕੇ ਸਟੂਡੈਂਟਸ ਨੇ ਜਿਹੜੇ ਪੜ੍ਹ ਰਹੇ ਨੇ, ਪਰ ਉਹਨਾਂ ਲਈ ਕੰਪੀਟੀਸ਼ਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੇਗਾ, ਕਿਉਂਕਿ ਬਹੁਤ ਇਹੋ ਜਿਹੇ ਐਪਲੀਕੈਂਟ ਕੈਨੇਡਾ ਦੇ ਵਿੱਚ ਆ ਗਏ ਨੇ ਜਿਹੜੇ ਸਰਕਾਰ ਦੇ ਕਹਿਣ ਦੇ ਮੁਤਾਬਕ ਉਹਨਾਂ ਦਾ ਇੰਟੈਂਟ ਸਿਰਫ ਪੜ੍ਹਨਾ ਜਾਂ ਲਿਮਿਟਿਡ ਸਮੇਂ ਲਈ ਕੰਮ ਕਰਨਾ, ਪਰ ਉਹਨਾਂ ਦਾ ਇਰਾਦਾ ਜਿਹੜਾ ਕਿਉਂਕਿ ਡਿਊਲ ਇੰਟੈਂਟ ਹੈ, ਉਹ ਇਹ ਵੀ ਬਣਦਾ ਵੀ ਜੇ ਸਾਨੂੰ ਇੱਛਾ ਹੋਈ ਤਾਂ ਅਸੀਂ ਪਰਮਨੈਂਟ ਇਮੀਗ੍ਰੇਸ਼ਨ ਲੈ ਲਈਏ। ਉਹਨਾਂ ਵਿਅਕਤੀਆਂ ਦੇ ਬਿਲਕੁਲ ਦਿਲ ਟੁੱਟਣਗੇ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਸਰਕਾਰ ਕੋਈ ਸਖਤ ਕਦਮ ਲੈ ਲੇ। ਜੇ ਉਹਨਾਂ ਨੂੰ ਉਹ ਐਕਸਟੈਂਸ਼ਨਸ ਨਾ ਮਿਲ ਸਕੀਆਂ ਤਾਂ ਮਾਸ ਡੈਪੂਟੇਸ਼ਨ ਵੀ ਇੱਕ ਸੰਭਵ ਹੈ ਵੀ ਸਰਕਾਰ ਇਹ ਕਦਮ ਲੈ ਸਕਦੀ ਹੈ, ਜਿਹੜੇ ਇੰਡੀਵਿਜੂਅਲ ਇਮੀਗ੍ਰੇਸ਼ਨ ਨਹੀਂ ਲੈ ਪਾਉਣਗੇ। ਜੀ, ਇੱਕ ਜਾਂਦੇ ਅੱਧੇ 1 ਮਿੰਟ 'ਚ ਦੱਸ ਦਿਓ ਕਿ ਜੇ ਮੰਨ ਲਓ ਜੌਬ ਪ੍ਰੋਫਾਈਲ ਚੇਂਜ ਹੋ ਜਾਂਦੀ ਆ ਪੂਲ ਦੇ ਵਿੱਚ ਐਪਲੀਕੇਸ਼ਨ ਪਾਉਣ ਤੋਂ ਬਾਅਦ, ਤੇ ਉਹਦੇ ਨਾਲ ਵੀ ਕੋਈ ਫਰਕ ਪੈਂਦਾ ਜਾਂ ਨਹੀਂ ਜੀ? ਜੀ ਬਿਲਕੁਲ, ਜੇ ਤੁਸੀਂ ਇੰਪਲੋਇਰ ਬੇਸ ਸਪਾਂਸਰਸ਼ਿਪ ਲਈ ਹੋਈ ਹੈ, ਤੁਸੀਂ ਇੰਪਲੋਇਰ ਨੂੰ ਚੇਂਜ ਕਰ ਲੈਂਦੇ ਹੋ, ਤਾਂ ਉਹਦੇ 'ਚ ਤੁਸੀਂ ਇਨਫੋਰਮ ਕਰਨਾ ਹੁੰਦਾ ਜਿਹੜੇ ਵੀ ਨਿਊ ਚੇਂਜਸ ਆਏ ਨੇ, ਸਰਕਮਸਟੈਂਸ ਤੁਹਾਡੇ ਚੇਂਜ ਹੋਏ ਨੇ। ਸੋ ਬੇਸਿਕਲੀ ਗਿਵਨ ਰੂਲ ਇਹ ਹੈਗਾ ਵੀ ਜੇ ਤੁਸੀਂ ਜਿਸ ਬੇਸਿਸ ਤੇ ਤੁਸੀਂ ਐਪਲੀਕੇਸ਼ਨ ਪਾਈ ਸੀ ਉਹ ਲੈਟਰ ਫਿਰ ਇਨਵੀਟੇਸ਼ਨ ਤੁਹਾਨੂੰ ਮਿਲਿਆ ਸੀ, ਜੇ ਉਹਦੇ 'ਚ ਕੋਈ ਵੀ ਸਰਕਮਸਟੈਂਸ ਚੇਂਜ ਹੁੰਦਾ ਤਾਂ ਤੁਹਾਨੂੰ ਅਪਡੇਟ ਕਰਨਾ ਹੁੰਦਾ। ਜੇ ਤੁਸੀਂ ਉਹ ਸਰਕਮਸਟੈਂਸ ਅਪਡੇਟ ਨਹੀਂ ਕਰਦੇ, ਮਿਸਰੈਪ੍ਰੈਜ਼ੈਂਟੇਸ਼ਨ ਹੋ ਸਕਦੀ ਹੈ। ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਜੌਬ ਚੇਂਜ ਕਰਦੇ ਹੋ ਔਰ ਨਵੀਂ ਜਗ੍ਹਾ ਤੋਂ ਤੁਹਾਨੂੰ ਪਰਮਨੈਂਟ ਜੌਬ ਆਫਰ ਨਹੀਂ ਮਿਲੀ, ਤਾਂ ਬਿਲਕੁਲ ਤੁਹਾਡੇ ਸਰਕਮਸਟੈਂਸ ਜਿਹੜੇ ਉਹ ਚੇਂਜ ਹੋ ਜਾਣਗੇ ਔਰ ਤੁਹਾਡੇ ਜਿਹੜੇ ਪੁਆਇੰਟਸ ਤੁਹਾਨੂੰ ਮਿਲੇ ਹੋਏ ਨੇ ਐਕਸਟਰਾ ਉਹ ਡਿਡਕਟ ਹੋ ਜਾਣਗੇ। ਤਾਂ ਇਹਦੀ ਜ਼ਿਆਦਾ ਜਾਣਕਾਰੀ ਸਭ ਤੋਂ ਸੌਖਾ ਹੁੰਦਾ ਬਈ ਜੀ, ਕਿਉਂਕਿ ਇਹ ਕਈ ਕੰਡੀਸ਼ਨਸ 'ਤੇ ਬੇਸਡ ਹੁੰਦਾ, ਤਾਂ ਸਾਡੇ ਆਫਿਸ ਤੋਂ ਫ੍ਰੀ ਸਲਾਹ ਜਿਹੜੀ ਹੈ ਉਹ ਲਈ ਜਾ ਸਕਦੀ ਹੈ। ਔਰ ਜੇ ਕੋਈ ਇਹੋ ਜਿਹਾ ਕਿਸੇ ਦਾ ਕੋਈ ਸਰਕਮਸਟੈਂਸ ਚੇਂਜ ਹੋ ਰਿਹਾ ਜਾਂ ਕੋਈ ਜੌਬ ਤਬਦੀਲ ਕਰਨਾ ਚਾਹੁੰਦਾ। ਖਹਿਰਾ ਸਾਹਿਬ, 1 ਮਿੰਟ 'ਚ ਦੱਸ ਦਿਓ ਕਿ ਜੇ ਤੁਹਾਨੂੰ ਸਿੱਧਾ ਹੀ ਮਿਲਣਾ ਹੋਵੇ ਕਿਸੇ ਨੇ, ਤੇ ਫਿਰ ਕਿੱਥੇ ਤੇ ਕਿਵੇਂ ਮਿਲਿਆ ਜਾ ਸਕਦਾ? ਜੀ ਮੈਂ ਜਿਵੇਂ ਸਰੀ ਬੇਸਡ ਹੁੰਦਾ, ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰਕੇ ਅਪਾਇੰਟਮੈਂਟ ਜਿਹੜੀ ਬਣਾ ਸਕਦੇ ਹੋ। ਅਸੀਂ ਕੋਈ ਅਪਾਇੰਟਮੈਂਟ ਦੀ ਜਿਹੜੇ ਹੈ ਅਸੈਸਮੈਂਟ ਲਈ ਕੋਈ ਪੈਸੇ ਨਹੀਂ ਲੈਂਦੇ, ਤੇ ਇਹ ਜਿਹੜੀ ਸਲਾਹ ਮਸ਼ਵਰਾ ਹੈ ਇਹ ਕੌਨਫੀਡੈਂਸ਼ੀਅਲ ਔਰ ਜਿਹੜੀ ਮੁਕੰਮਲ ਜਿਹੜੀ ਜਾਣਕਾਰੀ ਹੈ ਸਾਡੇ ਵੱਲੋਂ ਤੁਹਾਨੂੰ ਦਿੱਤੀ ਜਾਂਦੀ ਹੈ। ਅਸੀਂ ਲਾਇਸੈਂਸ ਪ੍ਰੈਕਟੀਸ਼ਨਰ ਔਰ ਕਾਫੀ ਸਾਲਾਂ ਤੋਂ ਜਿਹੜੀ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਪ੍ਰੈਕਟਿਸ ਕਰ ਰਹੇ ਹਾਂ। ਜੀ ਖਹਿਰਾ ਸਾਹਿਬ, ਤੁਸੀਂ ਸਮਾਂ ਕੱਢਿਆ ਤੇ ਬਹੁਤ ਧੰਨਵਾਦ ਜੀ ਤੁਹਾਡਾ ਇਸ ਇਨਫੋਰਮੇਸ਼ਨ ਲਈ। ਥੈਂਕ ਯੂ ਬਾਈ ਜੀ, ਥੈਂਕ ਯੂ। ਤੇ ਮੈਨੂੰ ਆਸ ਹੈ ਜੀ ਕਿ ਅੱਜ ਦੀ ਇਸ ਇਨਫੋਰਮੇਸ਼ਨ ਤੋਂ ਤੁਹਾਨੂੰ ਕਾਫੀ ਲਾਭ ਹੋਇਆ ਹੋਊਗਾ। ਬਾਕੀ ਕੋਈ ਵੀ ਤੁਹਾਡਾ ਸਵਾਲ ਹੋਵੇ ਨਾਲ ਰਿਲੇਟਡ ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਸਿੱਧਾ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।